morning. Welcome to our official YouTube channel on Money Jobs. Yes, Hanji. Today we are going to discuss about the secondary memory. Today our lecture is 10th lecture of computers. Hanji. Yesterday we have discussed about the primary memory and I hope that you will all clear about this thing. कि ਤੁਹਾਨੂੰ ਸਭ ਨੂੰ clear ਹੋ ਗਿਆ ਹੋਏਗਾ ਇਸ ਚੀਜ਼ ਦਾ. Today we are going to discuss about the secondary memory. ਪਹਿਲਾਂ ਤਾਂ ਤੁਸੀਂ secondary memory ਸਮਝੋ ਕਿ secondary memory ਹੁੰਦੀ ਕੀ ਹੈ. Secondary memory or you can say storage. Secondary memory or you can say it's storage. ਹਾਂਜੀ. Secondary memory ਨੂੰ auxiliary memory ਵੀ ਕਿਹਾ ਜਾਂਦਾ ਹੈ. Secondary memory ਦਾ other name auxiliary memory ਵੀ ਹੈ. ਇਹ ਮੈਂ ਤਾਂ ਲਿਖਿਆ ਕਿਉਂਕਿ ਕਈ ਵਾਰੀ ਕੁਐਸਚਨ ਉਹ ਤੁਹਾਨੂੰ ਐਂ ਕਰ ਦਿੰਦਾ ਹੈ ਕਿ which memory is used for the permanent which memory is called the permanent memory. Examples of options ਦਿੰਦਾ ਹੈ. options ਵਿੱਚ auxiliary memory, primary memory, cache memory ਕੁਝ ਵੀ ਦੇ ਸਕਦਾ ਤੇ ਤੁਹਾਨੂੰ ਆਨਸਰ ਆਣਾ ਚਾਹੀਦਾ that is the auxiliary memory because ਜਿਹੜੀ secondary memory ਹੁੰਦੀ ਹੈ that is used for the permanent storage. ਹਾਂਜੀ ਅੱਜ ਮੈਂ ਇਹਦੇ ਪੁਆਇੰਟਸ ਲਿਖਣ ਲੱਗੀ ਹਾਂ. ਦੇਖੋ ਜਿਹੜੀ secondary storage ਹੁੰਦੀ ਹੈ it is used for permanent storage ਕਿ ਅਗਰ ਅਸੀਂ ਆਪਣਾ ਡਾਟਾ ਕੁਝ ਵੀ ਸੇਵ ਕਰਵਾਉਣਾ ਹੈ ਕੰਪਿਊਟਰ ਦੇ ਵਿੱਚ ਠੀਕ ਹੈ ਤੇ ਇਹ ਸਾਡੀ ਹੈਲਪ ਕਰਦੀ ਹੈ ਕੀ ਕਰਨ ਤੇ ਪਰਮਾਨੈਂਟ ਸਟੋਰ ਕਰਨ ਤੇ ਜਦੋਂ ਤੱਕ ਸਾਨੂੰ ਚਾਹੀਦਾ ਡਾਟਾ ਜਦੋਂ ਤੱਕ ਅਸੀਂ ਡਿਲੀਟ ਨਹੀਂ ਕਰ ਦਿੰਦੇ ਇਹ ਵਾਲਾ ਡਾਟਾ ਸਾਡਾ ਕਿਤੇ ਵੀ ਨਹੀਂ ਜਾਂਦਾ. ਇਹ ਸੈਕੰਡਰੀ ਸਟੋਰੇਜ ਦੇ ਵਿੱਚ ਸੇਵ ਰਹਿੰਦਾ ਹੈ. ਪਰ ਗੱਲ ਕੀ ਹੈ ਜਿਹੜੀ ਸੈਕੰਡਰੀ ਮੈਮਰੀ ਹੈ ਇਟ ਨੈਵਰ ਮਤਲਬ ਡੀਲ ਡਾਇਰੈਕਟਲੀ ਵਿਦ ਦ CPU. ਜਿਹੜੀ ਸੈਕੰਡਰੀ ਮੈਮਰੀ ਹੈ ਨਾ ਉਹ ਡਾਇਰੈਕਟਲੀ CPU ਨਾਲ ਡੀਲ ਨਹੀਂ ਕਰਦੀ. ਕਿੰਦੇ ਥਰੂ ਇਹਦੇ ਕੋਲ ਡਾਟਾ ਆਂਦਾ ਹੈ ਥਰੂ ਪ੍ਰਾਇਮਰੀ ਮੈਮਰੀ. ਇਹ ਗੱਲ ਬਸ ਮਾਈਂਡ 'ਚ ਰੱਖ ਲਵੋ ਕਿ it is data in secondary memory cannot be this processed. ਹਾਂਜੀ data in secondary memory cannot processed directly by CPU. ਇਹ ਚੀਜ਼ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਵੀ secondary memory ਤੋਂ ਡਾਟਾ ਤੁਸੀਂ ਲੈਣਾ ਹੈ ਜਾਂ ਸੇਵ ਕਰਨਾ ਹੈ अगर तुसी कुछ सेव करवाया है if you want to reopen that data अगर ਤੁਹਾਨੂੰ ਦੁਬਾਰਾ ਦੀ ਚਾਹੀਦੀ ਡਾਟਾ ਤੁਸੀਂ ਦੁਬਾਰਾ ਦੀ ਉਹ ਡਾਟਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਿੰਦੇ ਕੋਲ ਲਾਓਗੇ ਸੈਕੰਡਰੀ ਮੈਮਰੀ ਕੋਲ ਲਾਓਗੇ ਨਾ. ਬਟ CPU ਡਾਇਰੈਕਟਲੀ ਇਹਨੂੰ ਨਹੀਂ ਕਹੇਗਾ. CPU ਆਪਾਂ ਇਨਪੁਟ ਕਿਹਨੂੰ ਦਵਾਂਗੇ ਆਪਾਂ ਇਨਪੁਟ ਪ੍ਰਾਇਮਰੀ ਮੈਮਰੀ ਨੂੰ ਦਵਾਂਗੇ ਕਿ ਸਾਨੂੰ ਮਤਲਬ ਇਸ ਚੀਜ਼ ਦਾ ਡਾਟਾ ਚਾਹੀਦਾ ਹੈ. ਕਲੀਅਰ ਹੈ ਮੇਰੀ ਗੱਲ ਯੈਸ অর ਨੋ. ਕਲੀਅਰ ਹੈ ਸਭ ਨੂੰ ਮੇਰੀ ਗੱਲ ਕਿ ਜਿਹੜਾ ਸੈਕੰਡਰੀ ਮੈਮਰੀ ਦਾ डाटा है secondary memory data in secondary memory cannot processed directly by CPU. कभी भी डायरेक्ट नहीं ਹੁੰਦਾਗਾ ਇਹ ਕਦੀ ਵੀ डायरेक्ट नहीं ਹੁੰਦਾਗਾ. ਕਲੀਅਰ ਹੈ ਹਾਂਜੀ. ਇਹ ਹਮੇਸ਼ਾ ਪਹਿਲਾਂ ਕਿੰਦੇ ਕੋਲ ਜਾਏਗਾ ਪ੍ਰਾਇਮਰੀ ਮੈਮਰੀ ਕੋਲ ਜਾਏਗਾ. ਜਦੋਂ ਵੀ ਆਪਾਂ ਇਨਪੁਟ ਵੀ ਪੁੱਛਾਂਗੇ ਆਪਾਂ ਵੀ ਇਨਪੁਟ ਦਵਾਂਗੇ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ ਸੈਕੰਡਰੀ ਮੈਮਰੀ ਚ ਪਈ ਹੋਈ ਹੈ ਤੇ ਉਹ ਪ੍ਰਾਇਮਰੀ ਮੈਮਰੀ ਹੀ ਕਮਾਂਡ ਲੈ ਕੇ ਪ੍ਰਾਇਮਰੀ ਮੈਮਰੀ ਹੀ ਜਾ ਕੇ ਲੈ ਕੇ ਆਏਗਾ ਇਹਦੇ ਕੋਲੋਂ. ਆਪਾਂ ਨਹੀਂ ਕੰਮ ਕਰ ਉਹ ਡਾਇਰੈਕਟਲੀ ਨਹੀਂ ਕਰ ਸਕਦੇ. ਹਾਂਜੀ ਹੁਣ ਦੇਖੋ ਇਟ ਇਜ਼ ਨੋਨ ਵੋਲੇਟਾਈਲ ਇਨ ਨੇਚਰ. ਇਹ ਕੀ ਹੁੰਦੀ ਹੈ ਨੋਨ ਵੋਲੇਟਾਈਲ ਇਨ ਨੇਚਰ. ਸਪੋਜ਼ ਕਰੋ ਤੁਹਾਡਾ ਕੋਈ ਡਾਟਾ ਕੀ ਸੀਗਾ ਇਹਦੇ ਵਿੱਚ ਸੇਵ ਸੀਗਾ ਠੀਕ ਹੈ. ਜੇ ਲਾਈਟ ਚਲੀ ਵੀ ਜਾਂਦੀ ਹੈ ਜਾਂ ਤੁਹਾਡਾ ਕਿਸੇ ਰੀਜ਼ਨ ਕਰਕੇ ਕੰਪਿਊਟਰ ਬੰਦ ਹੋ ਜਾਂਦਾ ਹੈ ਤੁਹਾਡਾ ਲੈਪਟਾਪ ਬੰਦ ਹੋ ਜਾਂਦਾ ਹੈ ਜਿਹੜਾ ਡਾਟਾ ਇਹਦੇ ਵਿੱਚ ਹੁੰਦਾ ਉਹ ਕਦੀ ਵੀ ਲੋਸ ਨਹੀਂ ਹੁੰਦਾ. ਇਟਸ ਅ ਨੋਨ ਵੋਲੇਟਾਈਲ ਇਨ ਨੇਚਰ. ਤੁਹਾਡਾ ਡਾਟਾ ਬਿਲਕੁਲ ਸੇਵ ਰਹਿੰਦਾ ਇਹਦੇ ਵਿੱਚ ਬਿਲਕੁਲ ਵੀ ਲੋਸ ਨਹੀਂ ਹੁੰਦਾ. ਸਭ ਨਾਲ ਵੱਡਾ ਇਹਦਾ ਕੀ ਹੈ ਇਹੀ ਹੈ. ਹਾਂਜੀ ਇੱਕ ਇਹਦੀ ਕੀ ਹੈ ਲਾਰਜ ਸਟੋਰੇਜ ਕੈਪੈਸਿਟੀ ਹੈ. ਲਾਰਜ ਸਟੋਰੇਜ ਕੈਪੈਸਿਟੀ ਇਹਦੀ ਕੀ ਹੈ ਲਾਰਜ ਸਟੋਰੇਜ ਕੈਪੈਸਿਟੀ. ਪ੍ਰਾਇਮਰੀ ਮੈਮਰੀ ਦੀ ਕੀ ਸੀਗੀ ਲੈਸ ਸਟੋਰੇਜ ਕੈਪੈਸਿਟੀ ਸੀਗੀ ਨਾ. ਇਹਦੀ ਲਾਰਜ ਹੈ. ਇਹਦੇ ਵਿੱਚ ਆਪਾਂ ਬਲਕ ਆਫ ਅਮਾਉਂਟ ਮਤਲਬ ਬਲਕ ਆਫ ਡਾਟਾ ਇਹਦੇ ਵਿੱਚ ਕੀ ਕਰ ਸਕਦੇ ਆ ਸੇਵ ਕਰ ਸਕਦੇ ਆ ਠੀਕ ਹੈ. ਅਕੋਰਡਿੰਗ ਟੂ you can say according to the memory space of your hard disk whatever you can say. ਹਾਂਜੀ ਮੈਂ ਤੁਹਾਨੂੰ ਅੱਗੋਂ ਆਪਾਂ ਸਭ ਕੁਝ ਡਿਸਕਸ ਕਰਾਂਗੇ ਪਰ ਇਹਦਾ ਕੀ ਹੁੰਦਾ ਹੈ ਲਾਰਜ ਸਟੋਰੇਜ ਕੈਪੈਸਿਟੀ ਹੁੰਦੀ ਹੈ. ਕਲੀਅਰ ਹੈ ਮੇਰੀ ਇੰਨੀ ਗੱਲ
ਯੈਸ ਔਰ ਨੋ। ਬਸ ਇਹ ਗੱਲ ਹੈ ਕਿ ਜਦੋਂ ਤੱਕ ਡਾਟਾ ਅਸੀਂ ਡਿਲੀਟ ਨਹੀਂ ਕਰਦੇ, ਜਦੋਂ ਤੱਕ ਡਾਟਾ ਅਸੀਂ ਡਿਲੀਟ ਨਹੀਂ ਕਰਦੇ ਉਦੋਂ ਤੱਕ ਪਰਮਾਨੈਂਟ ਰਹੇਗਾ ਉਹ ਡਾਟਾ। ਜਿੱਦਾਂ ਹੀ ਅਸੀਂ ਡਾਟਾ ਡਿਲੀਟ ਕਰ ਦਿੱਤਾ ਉਦਾਂ ਹੀ ਉਹ ਸਾਡਾ ਡਾਟਾ ਇਹਦੇ ਵਿੱਚੋਂ ਖਤਮ ਹੋ ਜਾਂਦਾ ਹੈ। ਹਾਂਜੀ, ਮੇਰਾ ਸੈਕੰਡਰੀ ਮੈਮਰੀ ਤੁਹਾਨੂੰ ਕਲੀਅਰ ਹੈ ਕਿ ਸੈਕੰਡਰੀ ਮੈਮਰੀ ਕੀ ਕੰਮ ਕਰਦੀ ਹੈ? ਆਈ ਹੋਪ ਕਿ ਸਭ ਨੂੰ ਕਲੀਅਰ ਹੋ ਗਿਆ ਹੋਣਾ। ਚਲੋ ਹੁਣ ਸੈਕੰਡਰੀ ਮੈਮਰੀ ਦੇ ਟਾਈਪਸ ਕਰਦੇ ਆ। ਮੈਂ ਫਿਲਹਾਲ ਇਰੇਜ਼ ਕਰਨ ਲੱਗੀ ਆ ਕੁਝ ਚੀਜ਼ਾਂ। ਹਾਂਜੀ, ਹੁਣ ਮੇਰੇ ਕੋਲ ਸਪੇਸ ਘੱਟ ਸੀਗੀ, ਇਸ ਕਰਕੇ ਮੈਂ ਟਾਈਪਸ ਤੁਹਾਡੀਆਂ ਅਲੱਗ ਤੋਂ ਤੁਹਾਨੂੰ ਐਕਸਪਲੇਨ ਕਰਨ ਲੱਗੀ ਆ। ਪਲੀਜ਼ ਧਿਆਨ ਨਾਲ ਦੇਖਣਾ ਕਿ ਜਿਹੜੀ ਸਾਡੀ ਟਾਈਪ ਆਫ ਸੈਕੰਡਰੀ ਮੈਮਰੀ ਹੈ ਨਾ, ਹਾਰਡ ਡਿਸਕ ਡਰਾਈਵ, ਸਭ ਨਾਲੋਂ ਜ਼ਿਆਦਾ ਸਾਡੇ ਕੰਪਿਊਟਰ ਦੇ ਵਿੱਚ ਜਿਹੜੀ ਯੂਜ਼ ਹੁੰਦੀ ਨਾ ਉਹ ਹਾਰਡ ਡਿਸਕ ਡਰਾਈਵ ਹੁੰਦੀ ਹੈ। ਠੀਕ ਹੈ, ਹਾਰਡ ਡਿਸਕ। ਤੇ ਹਾਰਡ ਡਿਸਕ ਮਦਰਬੋਰਡ ਦੇ ਨਾਲ ਅਟੈਚ ਨਹੀਂ ਹੁੰਦੀ, ਇਹ ਵੀ ਗੱਲ ਯਾਦ ਰੱਖਣਾ। ਜਿਹੜੀ ਸਾਡੀ CPU ਦੀ, ਜਿਹਨੂੰ ਅਸੀਂ CPU ਕਹਿੰਦੇ ਆ, ਪਰ ਉਹ ਸਾਡੀ ਐਕਚੁਅਲੀ ਦੇ ਵਿੱਚ ਸਿਸਟਮ ਹੁੰਦਾ, ਕੈਬਿਨੇਟ ਯੂ ਕੈਨ ਸੇ ਆਲਸੋ। ਠੀਕ ਹੈ, ਬਟ ਕੈਬਿਨੇਟ ਵੀ ਨਹੀਂ, ਸਿਸਟਮ ਹੀ ਕਹੀਦਾ ਉਹਨੂੰ। ਇੱਕ ਮਦਰਬੋਰਡ ਹੁੰਦਾ ਜਿੰਦੇ ਤੇ ਸਾਡਾ ਸਾਰਾ ਪ੍ਰੋਸੈਸਿੰਗ ਵਾਲਾ ਕੰਮ ਹੁੰਦਾ ਹੈ, ਜਿੰਦੇ ਤੇ ਸਾਡਾ ਜੋ ਵੀ ਸੀ ਪ੍ਰਾਇਮਰੀ ਮੈਮਰੀ ਚ ਕੀਤਾ ਸੀ ਉਹ ਸਾਰੀ ਜਿਹੜੇ ਡਿਵਾਈਸਿਸ ਸੀਗੀਆਂ ਉਹਦੇ ਤੇ ਅਟੈਚ ਹੁੰਦੀਆਂ ਸੀਗੀਆਂ, ਜੋ ਵੀ ਬੱਸਸ ਵਗੈਰਾ ਜੋ ਵੀ ਆਪਾਂ ਪੜਿਆ। ਪਰ ਹਾਰਡ ਡਿਸਕ ਇੱਕ ਅਲੱਗ ਤੋਂ ਹੁੰਦੀ ਹੈ ਉਹਦੇ ਨਾਲ ਅਟੈਚ। ਦੇਖੋ ਇਹ ਕੀ ਹੁੰਦੀ ਹੈ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਨॉन ਵੋਲੇਟਾਈਲ ਨੇਚਰ ਦੀ ਹੁੰਦੀ ਹੈ। ਜੋ ਵੀ ਤੁਹਾਨੂੰ ਇਹ ਪਤਾ ਲੱਗ ਗਿਆ, ਲਾਰਜ ਸਟੋਰੇਜ ਕਰਦੀ ਹੈ ਡਾਟਾ। ਕਲੀਅਰ? HDD is data storage device and for storing and retrieving digital information using rotating disk। ਹਾਂਜੀ, ਹਾਰਡ ਡਿਸਕ ਜਿਹੜੀ ਹੁੰਦੀ ਹੈ ਉਹਦੇ ਵਿੱਚ ਆਪਣਾ ਮੈਕਸਿਮਮ ਬਲਕ ਆਫ ਡਾਟਾ ਅਸੀਂ ਕੀ ਕਰ ਸਕਦੇ ਹਾਂ, ਸੇਵ ਕਰ ਸਕਦੇ ਹਾਂ। ਬਟ ਹਾਰਡ ਡਿਸਕ ਵੀ ਕੀ ਹੈ ਕਿ ਇਹਦੇ ਵਿੱਚ ਤੁਸੀਂ ਕੀ ਕਰ, ਇੱਕ ਮਿੰਟ ਮੈਂ ਇੱਕ ਪੁਆਇੰਟ ਲਿਖ ਦਿੰਨੀ ਆ। ਇੱਕ ਤਾਂ ਇਹ ਕੀ ਹੁੰਦੀ ਹੈ, ਇਟ ਇਜ਼ ਨॉन ਵੋਲੇਟਾਈਲ ਇਨ ਨੇਚਰ, ਇਟ ਇਜ਼ नॉन वोलेटाइल इन नेचर, इट इज नॉन वोलेटाइल सिंपली लिख देता। एंड रैंडम एक्सेस डिजिटल डाटा स्टोरेज डिवाइस। हाँ जी, ਹਾਂਜੀ, ਜਿਹੜੀ ਹਾਰਡ ਡਿਸਕ ਦੇ ਵਿੱਚ ਅਸੀਂ ਕਦੇ ਵੀ ਡਾਇਰੈਕਟਲੀ ਡਾਟੇ ਨੂੰ ਸੇਵ ਨਹੀਂ ਕਰਦੇ, ਵਿਦ ਦੀ ਹੈਲਪ ਆਫ ਪ੍ਰਾਇਮਰੀ ਮੈਮਰੀ ਕਰਦੇ ਆ। ਪ੍ਰਾਇਮਰੀ ਮੈਮਰੀ ਦੇ ਥਰੂ ਡਾਟਾ ਸਾਡੇ ਕੋਲ ਇਹਦੇ ਵਿੱਚ ਹਾਰਡ ਡਿਸਕ 'ਚ ਜਾ ਕੇ ਕੀ ਹੁੰਦਾ ਹੈ, ਸੇਵ ਹੁੰਦਾ ਹੈ। ਹਾਂਜੀ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ। ਪਰ ਹਾਊ ਟੂ ਸੇਵ ਡਾਟਾ ਇਨ ਦਿਸ ਥਿੰਗ, ਇਹ ਦੇਖੋ ਸਾਡੇ ਕੋਲ ਜਿਹੜੀ ਹਾਰਡ ਡਿਸਕ ਹੈ ਨਾ ਉਹ ਟੂ ਟਾਈਪਸ ਦੀ ਹੁੰਦੀ ਹੈ। ਜਿਹੜੀ ਸਾਡੇ ਕੋਲ ਹਾਰਡ ਡਿਸਕ ਹੈ ਨਾ ਉਹ ਸਾਡੇ ਕੋਲ ਟੂ ਟਾਈਪਸ ਦੀ ਹੁੰਦੀ ਹੈ। ਇੱਕ ਹੁੰਦੀ ਹੈ ਲੋ ਫਾਰਮੈਟਿੰਗ हार्ड डिस्क, लो फॉर्मेटिंग, लो लेवल फॉर लो लेवल फॉर्मेट हुंदी है, एक हाई लेवल फॉर्मेट हुंदी है। इन्नी गल क्लियर है। लो लेवल फॉर्मेट दे विच देखो की हुंदा है, सब नालों ज्यादा यही समझण वाली चीज है। दैट क्रिएट्स ट्रैक्स एंड सेक्टर्स ऑन ए हार्ड डिस्क। ये की करते ने, क्रिएट करते ने सेक्टर्स एंड ट्रैक्स ऑन हार्ड डिस्क। हुण देखो किद्दां करदे ने, मेरी गल ध्यान नाल समझना। देखो जिद्दां आ साडे कोल हार्ड डिस्क दे विच की हुंदे ने प्लैटर्स। जिहड़ी हार्ड डिस्क है ना वो एक रोटेटिंग डिवाइस हुंदी है, रोटेट करदी है उनदे विच, ठीक है। और जिहड़ी चीज रोटेट करदी है ना ओनू की कहंदे ने प्लैटर्स। की कहंदे हैं, रोटेटिंग हुंदी है एक चीज, ओनू की कहंदे ने प्लैटर्स, ठीक है। हुण प्लैटर्स दे विच साडा डाटा की करदा है, मूव करदा है। साडा डाटा की करदा है, मूव नहीं सॉरी सेव हुंदा है। एंड हाउ टू सेव दैट डाटा, देखो साडे कोल इहदे विच सैक्टर बने हुंदे ने इस हिसाब नाल। आ जिद्दां सपोज करो एक सैक्टर है, क्लियर मेरी गल, सैक्टर है ते उस तो बाद एक ही हुंदा पाई शेप दे नूं कह सकदे हो तुसीं, पाई शेप सैक्टर। सैक्टर तो साडे की बनदे ने, सैक्टर दा कॉम्बिनेशन, जिद्दां आपां कहिए सैक्टर दा कॉम्बिनेशन, क्लियर। ओनू की कह दिंदे ने क्लस्टर, ओनू की कह दिंदे ने क्लस्टर। क्लियर है मेरी गल,
ਤੁਹਾਨੂੰ ਮੈਂ ਸਾਰਾ ਸਮਝਾਨੀ ਆ। ਤੇ ਜਦੋਂ ਸਾਡੇ ਕੋਲ ਕੀ ਹੋ ਜਾਂਦੀ ਹੈ ਇਹਦੇ ਵਿੱਚ मल्टी पहला सैक्टर बनते हैं, सैक्टर फिर 2 ਤੋਂ 3 ਜਾਂ 3 ਤੋਂ 4 ਜਿਹੜੇ ਹੁੰਦੇ ਨੇ ਉਹਨਾਂ ਨੂੰ ਕੀ ਕਹਿ ਦਿੰਦੇ ਕਲਸਟਰ। ਕਲਸਟਰ ਕੀ ਹੁੰਦਾ ਗਰੁੱਪ ਹੀ ਹੁੰਦਾ ਨਾ ਕਿ ਸੈਕਟਰਸ ਦੀ ਗਰੁੱਪਿੰਗ ਹੋ ਜਾਂਦੀ ਹੈ, ਉਹਨਾਂ ਨੂੰ ਕਲਸਟਰ ਕਹਿ ਦਿੰਦੇ ਨੇ। ਫਿਰ ਆਪਾਂ ਕੀ ਕਹਿ ਸਕਦੇ ਕੰਬੀਨੇਸ਼ਨ ਆਫ ਕਲਸਟਰਸ, ਇਹਨੂੰ ਬਣਾ ਕੇ ਸਾਰਿਆਂ ਨੂੰ ਇਹਨਾਂ ਨੂੰ ਕੰਬਾਈਨ ਕਰਕੇ ਕੀ ਸਾਡੇ ਕੋਲ ਬਣ ਜਾਂਦਾ ਹੈ, ਇਹ ਸਾਡੇ ਕੋਲ ਕੀ ਬਣ ਗਿਆ ਇੱਕ ਟਰੈਕ। ਕਲੀਅਰ। ਤੇ ਲਾਸਟ ਵਾਲੇ ਵਿੱਚ ਕੀ ਹੁੰਦਾ ਹੈ ਜਦੋਂ ਸਾਡੇ ਕੋਲ ਡਿਫਰੈਂਟ ਟਰੈਕਸ ਬਣ ਜਾਂਦੇ ਨੇ, ਕਾਫੀ ਸਾਰੇ ਡਿਫਰੈਂਟ ਟਰੈਕਸ ਬਣ ਜਾਂਦੇ ਨੇ ਤੇ ਇਹਨਾਂ ਨੂੰ ਅਸੀਂ ਕੀ ਕਹਿ ਦਿੰਨੇ ਆ ਸਿਲੰਡਰ। ਕਲੀਅਰ ਹੈ ਮੇਰੀ ਗੱਲ। ਸਾਡੇ ਕੋਲ ਡਾਟਾ ਕਿੱਦਾਂ ਦੇਖੋ ਮੈਂ ਤਾਂ ਅੱਜ ਤੁਹਾਨੂੰ ਰਿਪੀਟ ਕਰਨ ਲੱਗੀ ਆ। ਦੇਖੋ ਮੈਂ ਤੁਹਾਨੂੰ ਸਾਰੀ ਚੀਜ਼ ਦੁਬਾਰਾ ਦੀ ਐਕਸਪਲੇਨ ਕਰਦੀ ਆ, ਦੇਖ ਲਓ ਧਿਆਨ ਨਾਲ। ਸਾਡੇ ਕੋਲ ਡਾਟਾ ਕਿੱਦਾਂ ਇਹਦੇ ਵਿੱਚ ਜਾਂਦਾ ਹੈ, ਸਾਡੇ ਕੋਲ ਪਹਿਲਾਂ ਡਾਟਾ ਕਿੱਦਾਂ ਫਿਲ ਹੁੰਦਾ ਹੈ ਹਾਰਡ ਡਿਸਕ ਦੇ ਵਿੱਚ, ਕਿੱਦਾਂ ਫਿਲ ਹੁੰਦਾ ਡਾਟਾ। ਸਾਡੇ ਕੋਲ ਇੱਕ ਪਲੈਟਰਸ ਹੁੰਦੇ ਨੇ ਜਿਹੜੇ ਰੋਟੇਟ ਕਰਦੇ ਨੇ, ਮੈਗਨੈਟਿਕ ਮਟੀਰੀਅਲ ਦੇ ਹੁੰਦੇ ਨੇ ਉਹ, ਠੀਕ ਹੈ। ਉਹ ਸਾਡੇ ਕੀ ਕਰਦੇ ਨੇ ਰੋਟੇਟ ਕਰਦੇ ਤੇ ਉਹਦੇ ਵਿੱਚ ਟਰੈਕਸ ਹੁੰਦੇ ਨੇ। ਪਰ ਹਾਊ ਟੂ ਸੇਵ ਦੈਟ ਡਾਟਾ, ਸਭ ਨਾਲੋਂ ਪਹਿਲਾਂ ਕਿੱਦਾਂ ਫਿਲਿੰਗ ਹੁੰਦੀ ਹੈ, ਸਭ ਨਾਲੋਂ ਪਹਿਲਾਂ ਫਿਲਿੰਗ ਹੁੰਦੀ ਹੈ ਸੈਕਟਰਸ ਦੀ। ਉਹਦੇ ਵਿੱਚ ਸਮਾਲ ਸੈਕਟਰਸ ਬਣੇ ਹੁੰਦੇ ਨੇ, ਸੈਕਟਰਸ ਫਿਲ ਕਰਦੇ ਜਾਂਦੇ ਨੇ। ਜਦੋਂ ਸੈਕਟਰਸ ਫਿਲ ਸਪੋਜ਼ ਕਰੋ ਪਹਿਲਾਂ ਥੋੜਾ ਡਾਟਾ ਸੀ ਤੇ ਇਹ ਪਲੈਟਰਸ ਹੈ ਜਿਹੜੀ ਰੋਟੇਟ ਕਰਦੀ ਹੈ ਨਾ ਚੀਜ਼, that is called the platter। ਪਲੈਟਰ ਦੇ ਵਿੱਚ ਕੰਮ ਹੁੰਦਾ ਸਾਰਾ, ਠੀਕ ਹੈ। ਇੱਕ ਸੈਕਟਰ ਬਣਿਆ, ਠੀਕ ਹੈ। ਉਸ ਤੋਂ ਬਾਅਦ ਜਦੋਂ ਸਾਡੇ ਕੋਲ ਜ਼ਿਆਦਾ ਡਾਟਾ ਹੋ ਜਾਂਦਾ ਹੈ ਤੇ ਅਲੱਗ-ਅਲੱਗ ਸੈਕਟਰ ਦੇ ਵਿੱਚ ਕੀ ਹੋ ਜਾਂਦਾ ਉਹ ਡਾਟਾ ਸਾਡੇ ਕੋਲ ਸੇਵ। ਤੇ ਕਲਸਟਰ ਨੂੰ ਕੀ ਕਹਿ ਦਿੰਦੇ ਨੇ ਕੰਬੀਨੇਸ਼ਨ ਆਫ ਮਲਟੀਪਲ ਸੈਕਟਰਸ। ਕੀ ਕਹਿ ਦਿੰਦੇ ਨੇ ਕੰਬੀਨੇਸ਼ਨਸ ਆਫ ਮਲਟੀਪਲ ਸੈਕਟਰਸ। ਜਦੋਂ ਸਾਡੇ ਕੋਲ ਕਾਫੀ ਸਾਰੇ ਸੈਕਟਰਸ ਬਣ ਜਾਂਦੇ ਨੇ ਉਦੋਂ ਅਸੀਂ ਉਹਨਾਂ ਨੂੰ ਕੀ ਕਹਿ ਦਿੰਦੇ ਆ ਕਲਸਟਰ। ਕੀ ਕਹਿ ਦਿੰਦੇ ਆ ਕਲਸਟਰ। ਤੇ ਜਦੋਂ ਸਾਡੇ ਕੋਲ ਕਹਿ ਲਓ ਕਿ ਕਲਸਟਰ ਦੇ ਗਰੁੱਪ ਮਲਟੀਪਲ ਕਲਸਟਰਸ ਬਣ ਜਾਂਦੇ ਆ, ਮਲਟੀਪਲ ਕਲਸਟਰਸ ਔਰ ਯੂ ਕੈਨ ਸੇ ਮਲਟੀਪਲ ਸੈਕਟਰਸ ਵੀ ਕਹਿ ਸਕਦੇ ਹੋ ਕਿ ਕਾਫੀ ਸਾਰੇ। ਦੇਖੋ ਇਹਦੇ ਵਿੱਚ ਤਾਂ ਕੀ ਹੈ, ਇਹਦੇ ਵਿੱਚ ਕੀ ਹੈ ਦੇਖੋ ਇਹਦੇ ਵਿੱਚ ਤੁਸੀਂ ਕਹਿ ਲਓ ਇਹਦੇ ਵਿੱਚ ਮਲਟੀਪਲ ਸੈਕਟਰ ਨਾ ਕਹੋ, ਇਹਦੇ ਵਿੱਚ ਕਹਿ ਲਓ 3 to 4 ਸੈਕਟਰਸ ਬਣ ਗਏ। ਇਹਦੇ ਵਿੱਚ ਮਲਟੀਪਲ ਸੈਕਟਰਸ ਹੀ ਲੈ ਕੇ ਚੱਲੋ ਕਿ ਜਦੋਂ ਇੱਕ ਪੂਰੀ ਫੀਲਿੰਗ ਹੋ ਜਾਂਦੀ ਹੈ, ਸਾਰੇ ਸੈਕਟਰ ਦੀ ਫੀਲਿੰਗ ਹੋ ਜਾਂਦੀ ਕਿ ਸਾਰੇ ਸੈਕਟਰ ਭਰ ਜਾਂਦੇ ਨੇ, ਉਹ ਕੀ ਕਰ ਦਿੰਦਾ ਉਹ ਟਰੈਕ ਬਣਾ ਦਿੰਦਾ ਸਾਡੇ ਕੋਲ। ਉਹ ਕੀ ਬਣਾ ਦਿੰਦਾ ਟਰੈਕ। ਤੇ ਜਦੋਂ ਪਲੈਟਰਸ ਦੇ ਵਿੱਚ ਆ ਸਾਰਾ ਪਲੈਟਰ ਹੀ ਹੈ ਨਾ, ਜਦੋਂ ਪਲੈਟਰ ਪੂਰਾ ਭਰ ਗਿਆ ਟਰੈਕਸ ਦੇ ਨਾਲ, ਇੱਕ ਪਲੈਟਰ ਆ ਜਿਹਦਾ ਇੱਕ ਪਲੈਟਰ ਹੈ ਇਹ ਸਾਰੇ ਟਰੈਕਸ ਦੇ ਨਾਲ ਕੀ ਹੋ ਗਿਆ ਫਿਲ ਹੋ ਗਿਆ। ਸਾਡੇ ਕੋਲ ਕੀ ਹੋ ਗਿਆ ਫਿਲ ਹੋ ਗਿਆ। ਆ ਪਲੈਟਰ ਹੈ ਨਾ, ਪਲੈਟਰ ਸਾਡੇ ਕੋਲ ਫਿਲ ਹੋ ਗਿਆ ਤੇ ਇਹ ਸਾਰਾ ਬਣਾ ਕੇ ਕੀ ਬਣਾ ਦਿੰਦਾ ਸਾਡੇ ਕੋਲ ਸਿਲੰਡਰ। ਕਲੀਅਰ ਹੈ ਮੇਰੀ ਗੱਲ। ਜਦੋਂ ਅਸੀਂ ਇਹਦੇ ਵਿੱਚ ਡਾਟਾ ਸੇਵ ਕਰਦੇ ਆ, ਹਾਊ ਟੂ ਸੇਵ ਡਾਟਾ ਇਨ ਦਾ ਲੋ ਲੈਵਲ ਫਾਰਮੈਟਿੰਗ ਹਾਰਡ ਡਿਸਕ ਦੇ ਵਿੱਚ ਕੀ ਹੁੰਦਾ ਹੈ, ਪਹਿਲੀ ਗੱਲ ਤਾਂ ਕ੍ਰੀਏਟ ਸੈਕਟਰ ਐਂਡ ਟਰੈਕਸ ਔਨ ਹਾਰਡ ਡਿਸਕ। ਕ੍ਰੀਏਟ ਕਰਦਾ ਸੈਕਟਰ ਤੇ ਟਰੈਕਸ। ਸਾਡੇ ਕੋਲ ਇੱਕ ਪਲੈਟਰ ਨਾਮ ਦੀ ਚੀਜ਼ ਹੁੰਦੀ ਹੈ, ਠੀਕ ਹੈ, that is made up of the magnetic material। ਮੈਗਨੈਟਿਕ ਮਟੀਰੀਅਲ ਦੇ ਵਿੱਚ ਹੁੰਦੀ ਹੈ। ਪਹਿਲਾਂ ਜਦੋਂ ਸਾਡਾ ਡਾਟਾ ਸੇਵ ਹੋਣ ਲੱਗਦਾ ਹੈ ਸੈਕਟਰਸ ਦੀ ਫਾਰਮ ਦੇ ਵਿੱਚ ਹੁੰਦਾ ਹੈ, ਜਿਹਨੂੰ ਅਸੀਂ ਪਾਈ ਸ਼ੇਪਡ ਕਹਿ ਸਕਦੇ ਹਾਂ। ਕਲੀਅਰ। ਫਿਰ ਜਦੋਂ ਸਾਡੇ ਸੈਕਟਰਸ ਫਿਲ ਕਰਨੇ ਸਟਾਰਟ ਕਰ ਦਿੰਦੇ ਨੇ, ਸੈਕਟਰ ਬਣੇ ਹੋਏ ਨੇ ਨਾ, ਸੈਕਟਰ ਮਤਲਬ ਯੂ ਕੈਨ ਸੇ ਛੋਟੇ ਪਾਰਟਸ ਬਣੇ ਹੋਏ ਨੇ, ਉਹਨਾਂ ਨੂੰ ਕੀ ਕਹਿ ਦਾਂਗੇ ਜਦੋਂ 3 ਤੋਂ 4 ਸੈਕਟਰ ਹੋ ਜਾਂਦੇ ਕਲਸਟਰ ਬਣ ਗਿਆ। ਹੁਣ ਜਦੋਂ ਇੱਕ ਪੂਰਾ ਫਿਲ ਹੀ ਕਰ ਗਿਆ ਤੇ ਕੀ ਬਣ ਗਿਆ ਟਰੈਕ। ਮਤਲਬ ਜਿੱਦਾਂ ਸਾਡੀ ਹਾਰਡ ਡਿਸਕ ਦੇ ਵਿੱਚ ਐਵੇਂ ਨਾ ਇੱਕ ਟਰੈਕਸ ਬਣੇ ਹੁੰਦੇ ਨੇ, ਗੋਲ ਟਰੈਕਸ ਬਣੇ ਹੁੰਦੇ ਨੇ, ਤੁਸੀਂ ਕਦੀ ਦੇਖੇ ਵੀ ਹੋਣਗੇ। ਜਦੋਂ ਗੋਲ ਟਰੈਕਸ ਬਣਾ ਕੇ ਇੱਕ ਪ੍ਰੋਪਰ ਸਾਡੇ ਕੋਲ ਪਲੈਟਰ ਬਣਾ ਦਿੰਦੇ ਨੇ ਤੇ ਉਦੋਂ ਸਾਡੇ ਕੋਲ ਕੀ ਬਣ ਜਾਂਦਾ ਹੈ ਸਿਲੰਡਰ ਬਣ ਜਾਂਦਾ ਹੈ। ਕਲੀਅਰ ਹੈ ਮੇਰੀ ਇੰਨੀ ਗੱਲ। ਹਾਂਜੀ ਕਲੀਅਰ ਹੈ ਮੇਰੀ ਗੱਲ। ਹਰ ਪਲੈਟਰ ਦੇ ਨੰਬਰ ਆਫ ਟਰੈਕਸ ਹੁੰਦੇ ਨੇ, ਹਰ ਪਲੈਟਰ ਦੇ ਨੰਬਰ ਆਫ ਟਰੈਕਸ ਹੁੰਦੇ ਨੇ। ਇਸ ਕਰਕੇ ਅਲੱਗ-ਅਲੱਗ ਪਲੈਟਰਸ ਨੂੰ ਬਣ ਕੇ ਕੀ ਬਣ ਗਿਆ ਮੇਰੇ ਕੋਲ, ਅਲੱਗ-ਅਲੱਗ ਟਰੈਕਸ ਨੂੰ ਬਣ ਕੇ ਕੀ ਬਣ ਗਿਆ ਮੇਰੇ ਕੋਲ ਇੱਕ ਸਿਲੰਡਰ ਬਣ ਗਿਆ। ਕਲੀਅਰ ਹੈ ਸਭ ਨੂੰ ਇਹ ਗੱਲ। ਹਾਂਜੀ ਕਲੀਅਰ ਹੈ। ਤੁਹਾਡਾ ਸਾਰਾ ਡਾਟਾ ਇਹਨਾਂ ਸੈਕਟਰਸ ਦੇ ਵਿੱਚ ਸੇਵ ਹੁੰਦਾ ਹੈ, ਇਹ ਗੱਲ ਯਾਦ ਰੱਖਣਾ। ਇਹ ਰੋਟੇਟ ਕਰਦਾ ਹੈ, ਇਹ ਕਿੱਦਾਂ ਰੋਟੇਟ ਕਰਦਾ ਹੈ, ਇਹ ਸਿਰਫ ਐਵੇਂ ਨਹੀਂ ਹੁੰਦਾ। ਇਹ ਤਾਂ ਜਸਟ ਮੈਂ ਤੁਹਾਨੂੰ ਦੱਸਿਆ ਕਿ ਹਾਊ ਟੂ ਸੇਵ ਡਾਟਾ। ਜਿਹੜਾ ਡਾਟਾ ਐਵੇਂ ਮੂਵ ਕਰਦਾ ਹੈ ਟਰੈਕਸ ਦੇ ਵਿੱਚ। ਕਲੀਅਰ ਹੈ ਨਾ। ਪਲੈਟਰਸ ਦੇ ਵਿੱਚ ਟਰੈਕਸ ਦੇ ਵਿੱਚ ਡਿਫਰੈਂਟ ਟਰੈਕਸ ਆ ਗਏ ਨਾ, ਜਦੋਂ
ਇੱਕ ਪਲੈਟਰ ਦੇ ਵਿੱਚ ਸਾਡੇ ਕੋਲ ਡਿਫਰੈਂਟ ਟਰੈਕਸ ਆ ਗਏ, ਮਲਟੀਪਲ ਨੰਬਰ ਆਫ ਟਰੈਕਸ ਆ ਗਏ, ਉਹ ਟਰੈਕਸ ਦੇ ਵਿੱਚ ਡਾਟਾ ਸੇਵ ਹੁੰਦਾ ਜਾਂਦਾ ਹੈ ਔਰ ਫਲੋ ਹੁੰਦਾ ਜਾਂਦਾ ਡਾਟਾ ਜਿੱਦਾਂ ਜਿੱਦਾਂ ਚਾਹੀਦਾ ਹੈ ਜਾਂ ਨਹੀਂ ਚਾਹੀਦਾ, ਜਾਂ ਕਹ ਲਓ ਸੇਵ ਹੁੰਦਾ ਜਾਂਦਾ, ਜਦੋਂ ਚਾਹੀਦਾ ਹੁੰਦਾ ਉਹ ਤੇ ਸਾਡੇ ਕੋਲ ਆ ਜਾਂਦਾ ਹੈ, ਉਹਨੂੰ ਕੀ ਕਹਿ ਦਿੰਦੇ ਆ ਅਸੀਂ, ਸਿਲੰਡਰ। ਕਲੀਅਰ ਹੈ ਮੇਰੀ ਇਹ ਗੱਲ? ਹਾਂਜੀ। ਹੁਣ ਆਂਦੀ ਸਾਡੀ ਹਾਈ ਲੈਵਲ ਦੀ ਫਾਰਮੈਟਿੰਗ। ਹਾਈ ਲੈਵਲ ਫਾਰਮੈਟਿੰਗ ਕੀ ਹੁੰਦੀ ਹੈ, ਜਿਹੜੀ ਅੱਜਕੱਲ ਅਸੀਂ ਪਰ ਯੂਜ਼ ਕਰਦੇ ਆ ਕਿ ਜਿਹੜੀ ਸਾਡੀ ਹਾਰਡ ਡਿਸਕ ਡਰਾਈਵ ਦੇ ਵਿੱਚ ਕਿਸ ਹਿਸਾਬ ਨਾਲ ਡਾਟਾ ਹੁੰਦਾ ਹੈ। ਤੁਹਾਡੇ ਕੋਲ ਡਰਾਈਵਸ ਕਿਹੜੀਆਂ ਹੁੰਦੀਆਂ, C D E ਔਰ F। ਇਹ ਗੱਲ ਤਾਂ ਤੁਸੀਂ ਦੇਖੀ ਹੋਣੀ ਹੈ ਨਾ, C D E ਔਰ F। ਅਗਰ ਤੁਸੀਂ ਪੈਨ ਡਰਾਈਵ ਨਾਲ ਅਟੈਚ ਕਰਦੇ ਹੋ, ਉਹ ਕੋਈ ਜਾਂ ਮੋਬਾਈਲ ਨਾਲ ਅਟੈਚ ਕਰਦੇ ਹੋ, ਉਹ ਨੈਕਸਟ ਡਰਾਈਵ ਦੇ ਦਿੰਦਾ ਹੈ, ਜਾਂ ਤੁਸੀਂ ਆਪਦੀ ਡਰਾਈਵ ਜਿਹੜੀਆਂ ਖੁਦ ਕ੍ਰੀਏਟ ਕਰ ਸਕਦੇ ਹੋ, C ਡਰਾਈਵ, D ਡਰਾਈਵ, E ਡਰਾਈਵ, F ਡਰਾਈਵ। ਇਹਦੇ ਵਿੱਚ ਤੁਸੀਂ ਡਾਟਾ ਕੀ ਕਰ ਦਿੰਦੇ ਹੋ, ਲੌਜੀਕਲੀ ਪਾਰਟੀਸ਼ਨਿੰਗ ਕਰ ਦਿੰਦੇ ਹੋ। ਲੌਜੀਕਲੀ partitioning of data in different drives, ਇਹਨੂੰ ਕੀ ਕਹਿ ਦਿੰਦੇ ਆ, ਹਾਈ ਲੈਵਲ ਫਾਰਮੈਟਿੰਗ। ਕੰਮ ਐਵੇਂ ਹੀ ਹੁੰਦਾ ਹੈ, ਬਸ ਇਹਦੇ ਵਿੱਚ ਥੋੜੀ ਜਿਹੀ ਪਾਰਟੀਸ਼ਨਿੰਗ ਕੀਤੀ ਜਾਂਦੀ ਹੈ ਡਰਾਈਵ ਦੇ ਵਿੱਚ। ਕਿੰਦੇ ਵਿੱਚ ਕੀਤੀ ਜਾਂਦੀ ਹੈ ਪਾਰਟੀਸ਼ਨਿੰਗ, ਡਰਾਈਵ ਦੇ ਵਿੱਚ ਕੀਤੀ ਜਾਂਦੀ ਹੈ। ਕਲੀਅਰ ਹੈ ਮੇਰੀ ਗੱਲ? ਇਹਦੀ ਸਾਰੀ ਇਹ ਵਾਲੀ ਗੱਲ ਕਲੀਅਰ ਹੋ ਗਈ ਕਿ ਯੂ ਹੈਵ ਦ two types of the hard disk drive, low level format, high level format। low level ਦੇ ਵਿੱਚ format ਦੇ ਵਿੱਚ ਮੈਂ ਤੁਹਾਨੂੰ ਸਾਰਾ ਕਲੀਅਰ ਕੀਤਾ ਹੈ, how to save data, ਕਿ ਤੁਹਾਡਾ ਡਾਟਾ ਇੱਕ ਹਾਰਡ ਡਿਸਕ ਤੇ ਕਿੱਦਾਂ ਜਾ ਕੇ ਸੇਵ ਹੁੰਦਾ ਹੈ। ਤੇ ਹਾਈ ਲੈਵਲ ਫਾਰਮੈਟਿੰਗ ਦੇ ਵਿੱਚ ਲੌਜੀਕਲ ਪਾਰਟੀਸ਼ਨਿੰਗ ਕੀਤੀ ਜਾਂਦੀ ਹੈ ਕਿ ਡਾਟੇ ਨੂੰ ਕਿੱਦਾਂ ਸਪੋਜ਼ ਕਰੋ ਜਿੱਦਾਂ ਇਹਦੇ ਵਿੱਚ ਵੀ ਮੈਂ 100 GB ਡਾਟਾ ਪਾ ਦਿੱਤਾ, ਠੀਕ ਹੈ, 100 MB 100 GB ਅਕੋਰਡਿੰਗ ਟੂ ਯੋਰ ਡਾਟਾ, ਠੀਕ ਹੈ। ਇਹਦੇ ਵਿੱਚ ਵੀ ਮੈਂ 100 GB ਪਾ ਦਿੱਤਾ, ਇਹਦੇ ਵਿੱਚ ਵੀ 100 GB ਪਾ ਦਿੱਤਾ ਔਰ ਇਹਦੇ ਵਿੱਚ ਵੀ 100 GB ਪਾ ਦਿੱਤਾ। ਕਲੀਅਰ ਹੈ ਜੀ ਮੇਰੀ ਗੱਲ ਸਭ ਨੂੰ? ਇਹ ਗੱਲ ਸਭ ਨੂੰ ਕਲੀਅਰ ਹੈ? ਹਾਂਜੀ, ਇਹ ਪਤਾ ਲੱਗ ਗਿਆ ਨਾ ਇਹਨੂੰ ਕੀ ਕਹਿੰਦੇ। ਮੈਂ ਤੁਹਾਨੂੰ ਲਿਖ ਵੀ ਦਿੰਨੀ ਆ, the process of dividing the data into partitioning is called high level formatting, ਕਲੀਅਰ ਹੈ ਜੀ ਗੱਲ? ਬਹੁਤ ਸਿੰਪਲ ਤੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕੀਤਾ ਹੈ। ਹਾਂਜੀ, ਮੈਂ ਹਰ ਚੀਜ਼ ਤੁਹਾਨੂੰ ਇੱਥੇ ਐਕਸਪਲੇਨ ਕੀਤੀ ਹੈ, ਲਾਈਕ ਜਿੱਦਾਂ ਮੈਂ ਤੁਹਾਨੂੰ ਪ੍ਰਾਇਮਰੀ ਮੈਮਰੀ ਦੇ ਵਿੱਚ ਕੀਤੀ ਸੀ ਹਰ ਚੀਜ਼ ਐਕਸਪਲੇਨ। ਮੇਨ ਸਾਡੀ ਹਾਰਡ ਡਿਸਕ ਡਰਾਈਵ ਸੀ, ਬਾਕੀ ਤਾਂ ਬਿਲਕੁਲ ਜਿਹੜੀਆਂ ਡਰਾਈਵਸ ਨੇ ਨਾ ਉਹ ਜਿਹੜੀਆਂ ਸੈਕੰਡਰੀ ਮੈਮਰੀ ਦੀਆਂ ਉਹ ਨੇ ਕਹਿ ਲਓ ਯੂਜ਼ ਲਈ ਹੁੰਦੀ ਹੈ, ਸਟੋਰੇਜ ਲਈ, ਉਹ ਤਾਂ ਬਹੁਤ ਸਿੰਪਲ ਹੈ। ਇਹ ਤੁਹਾਨੂੰ ਜ਼ਿਆਦਾ ਕਲੀਅਰ ਹੋਣੀ ਚਾਹੀਦੀ ਕਿਉਂਕਿ ਇਹ ਸਾਡੇ ਕੰਪਿਊਟਰ ਦੇ ਵਿੱਚ ਯੂਜ਼ ਹੁੰਦੀਆਂ ਨੇ। ਅਸੀਂ ਜ਼ਿਆਦਾਤਰ ਮੈਕਸਿਮਮ ਨੰਬਰ ਆਫ ਟਾਈਮ ਇਹੀ ਚੀਜ਼ ਯੂਜ਼ ਕਰਦੇ ਹਾਂ। ਕਲੀਅਰ ਹੈ ਨਹੀਂ ਮੇਰੀ ਗੱਲ? ਚਲੋ ਹਾਂਜੀ, ਪਹਿਲਾਂ ਸਾਡੇ ਕੋਲ ਜਿਹੜੀ ਯੂਜ਼ ਕੀਤੀ ਜਾਂਦੀਆਂ ਹੁੰਦੀਆਂ ਸੀਗੀਆਂ ਨਾ, ਪਹਿਲਾਂ ਸਾਡੇ ਕੋਲ ਫਲੋਪੀ ਡਿਸਕ ਯੂਜ਼ ਕੀਤੀ ਜਾਂਦੀ ਹੁੰਦੀ ਸੀ ਇਨ ਪਲੇਸ ਆਫ ਹਾਰਡ ਡਿਸਕ, ਠੀਕ ਹੈ। ਪਰ ਇਹਦੀ ਕੈਪੈਸਿਟੀ ਬਹੁਤ ਘੱਟ ਸੀਗੀ। ਇਹ ਕੀ ਕਰਦੀ ਸੀ, ਵੈਰੀ ਸਮਾਲ ਅਮਾਉਂਟ ਆਫ ਡਾਟਾ ਸਟੋਰ ਕਰਦੀ ਸੀ, small amount of data storage ਸੀ ਇਹਦੀ ਕੈਪੈਸਿਟੀ। ਕਲੀਅਰ ਹੈ ਮੇਰੀ ਗੱਲ ਇੰਨੀ? ਫਿਰ ਇਹਦਾ ਕੀ ਸੀ, ਇਹ ਕੀ ਹੈ, ਰਾਉਂਡ ਸ਼ੇਪ ਦੀ ਹੁੰਦੀ, ਥਿਨ ਪਲਾਸਟਿਕ ਕੋਟਿੰਗ ਵਿਦ ਆਇਰਨ ਆਕਸਾਈਡ। ਹਾਂਜੀ, ਸੈਕਿੰਡ ਪੁਆਇੰਟ ਦੇਖੋ, ਇਹਦੀ ਸ਼ੇਪ ਕਿੱਦਾਂ ਦੀ ਹੁੰਦੀ ਸੀਗੀ, ਰਾਉਂਡ ਸ਼ੇਪ ਦੀ ਹੁੰਦੀ ਸੀਗੀ ਤੇ ਥਿਨ ਪਲਾਸਟਿਕ ਯੂਜ਼ ਕੀਤਾ ਜਾਂਦਾ ਸੀ। ਰਾਉਂਡ ਸ਼ੇਪਡ ਥਿਨ ਪਲਾਸਟਿਕ, ਸਿਰਫ ਤੁਹਾਡੇ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਮਟੀਰੀਅਲ ਕਿਹੜਾ ਯੂਜ਼ ਹੁੰਦਾ ਸੀਗਾ, ਆਇਰਨ ਆਕਸਾਈਡ। ਮਟੀਰੀਅਲ ਜਿਹੜਾ ਯੂਜ਼ ਹੁੰਦਾ ਸੀ ਨਾ ਫਲੋਪੀ ਡਿਸਕ ਤੇ, ਉਹ ਕੀ ਹੁੰਦਾ ਸੀ, ਆਇਰਨ ਆਕਸਾਈਡ ਦੇ ਨਾਲ ਕੋਟ ਕੀਤੀ ਜਾਂਦੀ ਸੀ, ਕੋਟਿਡ ਵਿਦ ਆਇਰਨ ਆਕਸਾਈਡ। ਕਲੀਅਰ ਹੈ ਇੰਨੀ ਗੱਲ ਜੀ? ਹਾਂਜੀ, ਇਹਦੀ ਕੈਪੈਸਿਟੀ ਕਿੰਨੀ ਹੁੰਦੀ ਸੀ, ਸਟੋਰੇਜ ਕੈਪੈਸਿਟੀ ਇਹਦੀ ਕਿੰਨੀ ਹੁੰਦੀ ਸੀਗੀ, ਸਿਰਫ ਸਾਡੇ ਕੋਲ ਹੁੰਦੀ ਸੀਗੀ ਕਹਿ ਲਓ 1.4 MB ਕੈਪੈਸਿਟੀ। ਕਿੰਨੀ ਹੁੰਦੀ ਸੀ ਇਹਦੀ, 1.44 MB। ਬਹੁਤ ਸਮਾਲ ਅਮਾਉਂਟ ਆਫ ਡਾਟਾ। ਅੱਜਕੱਲ ਤਾਂ ਆਪਾਂ ਇਹਨੇ ਡਾਟਾ ਨੂੰ ਕੁਝ ਸਮਝਦੇ ਹੀ ਨਹੀਂ। ਤੇ ਤੁਸੀਂ ਸੋਚੋ ਅੱਜਕੱਲ ਦੇ ਕੰਪਿਊਟਰ ਸਾਡੇ ਸਕਸੈਸਫੁਲ ਹੋ ਜਾਣੇ ਸੀ ਇਹਨੇ ਕੋ ਡਾਟੇ ਨਾਲ, ਬਿਲਕੁਲ ਵੀ ਨਹੀਂ ਹੋਣੇ ਸੀਗੇ। ਕਲੀਅਰ ਹੈ? ਫਲੋਪੀ ਡਿਸਕ ਸਮਝ ਲੱਗੀ ਕੀ ਹੁੰਦੀ ਹੈ?
ਤੇ ਇਹ ਜਿਹੜੀਆਂ ਅਵੇਲੇਬਲ ਹੁੰਦੀਆਂ ਸੀ ਤਿੰਨ ਸਾਈਜ਼ 'ਚ ਅਵੇਲੇਬਲ ਹੁੰਦੀਆਂ ਸੀਗੀਆਂ। ਇੱਕ ਤਾਂ 8 ਇੰਚ ਹੁੰਦੀ ਸੀਗੀ, ਹੋਰ ਕਿਹੜੀਆਂ ਕਿਹੜੀਆਂ ਹੁੰਦੀਆਂ ਸੀਗੀਆਂ, ਇੱਕ 5.25 ਇੰਚ ਦੀ ਹੁੰਦੀ ਸੀ, ਹੋਰ ਕਿਹੜੀਆਂ ਹੁੰਦੀਆਂ ਸੀ 3.5 ਇੰਚ ਦੀ। ਤੇ ਜਿਹੜੀ 3.5 ਇੰਚ ਦੀ ਸੀ ਉਹ ਮੋਰ ਯੂਜ਼ੇਬਲ ਸੀ, ਪਰ ਪ੍ਰੈਜ਼ੈਂਟਲੀ ਨੋਟ ਯੂਜ਼ਡ, ਪ੍ਰੈਜ਼ੈਂਟਲੀ ਨੋਟ ਯੂਜ਼ਡ। ਹਾਂਜੀ, ਜਿਹੜੇ ਮੇਨ ਪੁਆਇੰਟਸ ਹੈ ਮੈਂ ਲਿਖੇ ਨੇ ਸਾਰੇ, ਤੁਹਾਨੂੰ ਐਕਸਪਲੇਨ ਕੀਤੇ ਹੈ ਕਿ ਸਮਾਲ ਅਮਾਉਂਟ ਆਫ ਡਾਟਾ ਸਟੋਰੇਜ ਹੁੰਦਾ ਸੀ। ਡਾਟਾ ਸਟੋਰੇਜ ਤੁਹਾਨੂੰ ਪਤਾ ਲੱਗ ਹੀ ਗਿਆ ਕਿੰਨਾ ਹੈ 1.44 MB। ਮਟੀਰੀਅਲ ਕੀ ਯੂਜ਼ ਕੀਤਾ ਜਾਂਦਾ ਸੀ, ਇਹਦੇ ਤੇ ਕੋਟਡ ਵਿਦ ਆਇਰਨ ਆਕਸਾਈਡ ਨਾਲ ਕੋਟ ਕੀਤੀ ਹੁੰਦੀ ਸੀਗੀ। ਕੈਪੈਸਿਟੀ ਇਹਦੀ ਤੁਹਾਨੂੰ ਪਤਾ ਲੱਗ ਗਈ, ਇਹ ਅਲੱਗ-ਅਲੱਗ ਤਰ੍ਹਾਂ ਦੀ ਆਂਦੀਆਂ ਸੀ। ਇਹਨਾਂ ਦੀ ਜਿਹੜੀ ਮਤਲਬ ਕਹ ਲਓ ਸ਼ੇਪ ਤੁਸੀਂ ਕਹਿ ਸਕਦੇ ਹੋ, ਔਰ ਯੂ ਕੈਨ ਸੇ ਕਿ ਮਤਲਬ ਕਿੰਨੇ ਇੰਚ ਦੀ ਇਹ ਚੀਜ਼ ਹੁੰਦੀ ਸੀ, 8 ਇੰਚ ਦੀ, 5.25 ਇੰਚ ਦੀ, 3.5 ਇੰਚ ਦੀ। ਤੇ ਮੋਰ ਯੂਜ਼ੇਬਲ ਕਿਹੜੀ ਸੀ, 3.5 ਇੰਚ। ਇਸੇ ਕਰਕੇ ਪ੍ਰੈਜ਼ੈਂਟਲੀ ਯੂਜ਼ ਨਹੀਂ ਕੀਤੀਆਂ ਜਾਂਦੀਆਂ। ਇਹ ਸਾਡੇ ਕੋਲ ਸੈਕਿੰਡ ਟਾਈਪ ਸੀ। ਥਰਡ ਟਾਈਪ ਕੰਪੈਕਟ ਡਿਸਕ, ਜਿਹਨੂੰ ਤੁਸੀਂ ਸੀਡੀ ਕਹਿ ਦਿੰਦੇ ਹੋ, ਠੀਕ ਹੈ। ਇਹ ਆਊਟ ਮਤਲਬ ਇਹ ਇੰਟਰਨਲ ਸਟੋਰੇਜ ਲਈ ਨਹੀਂ ਯੂਜ਼ ਹੁੰਦੀਆਂ, ਇਹ ਹੁੰਦੀਆਂ ਸਟੋਰੇਜ ਲਈ ਯੂਜ਼ ਹੈ, ਬਟ ਐਕਸਟਰਨਲ ਸਟੋਰੇਜ। ਅਗਰ ਤੁਸੀਂ ਕੋਈ ਮਤਲਬ Song ਸੇਵ ਕਰਕੇ ਤੁਸੀਂ ਆਪਦੇ ਕਿਤੇ ਕਹਿ ਲਓ ਕਿਤੇ ਸੁਣਨੇ ਵਗੈਰਾ ਨੇ ਜਾਂ ਵੀਡੀਓਜ਼ ਵਗੈਰਾ ਵਾਚ ਕਰਨੀਆਂ ਨੇ, ਸੀਡੀਜ਼ ਵਗੈਰਾ ਉਹਦੇ ਲਈ ਯੂਜ਼ ਹੁੰਦੀਆਂ। ਅਗਰ ਕੋ ਅਸੀਂ ਕੰਪਿਊਟਰ ਦੇ ਵਿੱਚ ਇਹਨੂੰ ਫਿੱਟ ਕਰਕੇ ਤੇ ਅਸੀਂ ਆਪਦਾ ਕੰਪਿਊਟਰ ਦਾ ਡਾਟਾ ਦੇ ਵਿੱਚ ਸੇਵ ਕਰ ਸਕਦੇ ਹਾਂ, ਬਿਲਕੁਲ ਵੀ ਨਹੀਂ। ਇਹ ਐਕਸਟਰਨਲ ਸਟੋਰੇਜ ਲਈ ਹੁੰਦੀਆਂ ਨੇ ਸਾਰੀਆਂ। ਇਹ ਗੱਲ ਪਹਿਲਾਂ ਤਾਂ ਮਾਈਂਡ 'ਚ ਬਿਠਾ ਲਓ, ਇਹ ਕਿੰਦੇ ਲਈ ਹੁੰਦੀਆਂ ਨੇ, ਐਕਸਟਰਨਲ ਸਟੋਰੇਜ ਦੇ ਲਈ। ਠੀਕ ਹੈ, ਕਲੀਅਰ ਹੈ ਮੇਰੀ ਗੱਲ। ਦੇਖੋ ਇਹਦੀ ਕੈਪੈਸਿਟੀ ਕਿੰਨੀ ਹੁੰਦੀ ਹੈ। ਸੀਡੀ ਦਾ ਤੁਹਾਨੂੰ ਪਤਾ ਨਾ ਗੋਲ ਹੁੰਦੀ ਹੈ, ਸਭ ਨੂੰ ਪਤਾ ਹੈ ਸੀਡੀ ਦਾ, ਠੀਕ ਹੈ। ਇਹਦੀ ਕੈਪੈਸਿਟੀ ਕਿੰਨੀ ਹੁੰਦੀ ਹੈ 700 MB। ਇਹਦੇ ਵਿੱਚ ਇੰਨਾ ਡਾਟਾ ਹੀ ਸੇਵ ਕੀਤਾ ਜਾਂਦਾ ਹੈ 700 MB। ਪਰ ਜੇ ਅਸੀਂ ਇਹਦੇ ਵਿੱਚ ਕੋਈ ਡਾਟਾ ਸਟੋਰ ਕਰਵਾਉਣਾ ਹੈ ਨਾ, ਇੱਕ ਗੱਲ ਯਾਦ ਰੱਖਣਾ, ਡਾਟਾ ਸਟੋਰ ਕਰਵਾਉਣਾ ਹੈ ਫॉर ਸਟੋਰਿੰਗ ਲਈ ਨਾ ਸਿਰਫ 650 MB ਯੂਜ਼ ਕੀਤੀ ਜਾਂਦੀ ਹੈ। 50 MB ਨੂੰ ਬਿਲਕੁਲ ਐਮਪਟੀ ਛੱਡ ਦਿੱਤਾ ਜਾਂਦਾ ਹੈ। ਕਿਉਂ ਛੱਡ ਦਿੱਤਾ ਜਾਂਦਾ ਹੈ ਐਮਪਟੀ? ਕਿਉਂਕਿ ਅਗਰ ਅਸੀਂ 700 ਫੁੱਲ ਯੂਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੀ ਕੰਪੈਕਟ ਡਿਸਕ ਕੀ ਹੋਊਗੀ, ਅਗਰ ਅਸੀਂ ਫੁੱਲ ਕਰਨਾ ਚਾਹਾਂਗੇ ਤੇ ਉਹਦੇ ਨਾਲ ਸਾਡੀ ਕੰਪੈਕਟ ਡਿਸਕ ਕੀ ਹੋ ਜਾਏਗੀ, ਖਰਾਬ ਹੋ ਜਾਏਗੀ, ਹੈਂਗ ਕਰ ਜਾਏਗੀ। ਕਲੀਅਰ ਹੈ ਜੀ ਮੇਰੀ ਗੱਲ। ਇਸ ਕਰਕੇ ਇਹ ਜ਼ਿਆਦਾ ਯੂਜ਼ੇਬਲ ਨਹੀਂ, ਮਤਲਬ ਇੰਨੀ ਯੂਜ਼ ਨਹੀਂ ਕੀਤੀ ਜਾਂਦੀ, ਹੁੰਦੀ ਵੀ ਐਕਸਟਰਨਲ ਸਟੋਰੇਜ ਦੇ ਲਈ ਹੈ। ਕਲੀਅਰ ਹੈ, ਐਕਸਟਰਨਲ ਸਟੋਰੇਜ ਲਈ ਹੁੰਦੀ, ਕੈਪੈਸਿਟੀ ਇਹਦੀ ਇੰਨੀ ਹੀ ਹੁੰਦੀ, ਸਭ ਨੂੰ ਪਤਾ ਹੈ। ਤੁਸੀਂ ਸਭ ਵੈਲ ਨੋਨ ਹੋ ਕੰਪੈਕਟ ਡਿਸਕ ਨਾਲ। ਤੁਹਾਨੂੰ ਜੇ ਕੋਈ ਕੁਐਸਚਨ ਆਏਗਾ ਤੇ ਤੁਹਾਨੂੰ ਇਹੀ ਕੁਐਸਚਨ ਆ ਸਕਦਾ ਹੈ ਕਿ ਵਾਟ ਇਜ਼ ਦ ਕੈਪੈਸਿਟੀ ਆਫ ਦ ਕੰਪੈਕਟ ਡਿਸਕ। ਕਲੀਅਰ ਹੈ ਮੇਰੀ ਗੱਲ। ਹਾਂਜੀ, ਇਹਦੇ ਕੰਪੈਰੀਟਿਵ ਜ਼ਿਆਦਾ ਜਿਹੜੀ ਯੂਜ਼ ਕੀਤੀ ਜਾਂਦੀ ਹੈ ਨਾ ਉਹ ਕੀ ਹੈ, ਡਿਜੀਟਲ ਵੀਡੀਓ ਡਿਸਕ। ਕਿਉਂਕਿ ਹੁਣ ਜਿੱਦਾਂ ਦੇਖੋ ਸਕੂਲ ਦੇ ਵਿੱਚ ਕੀ ਹੈ, ਅਗਰ ਕਿਸੇ ਬੱਚੇ ਨੇ ਆਪਣਾ ਪ੍ਰੋਜੈਕਟ ਦੇਣਾ ਹੈ ਤੇ ਪੈਨ ਡਰਾਈਵ ਥੋੜਾ ਜਾ ਕੇ ਕਿਸੇ ਮੈਮ ਨੂੰ ਸਬਮਿਟ ਕਰਵਾਉਣਾ ਹੈ ਤੇ ਪੈਨ ਡਰਾਈਵ ਜਾ ਕੇ ਥੋੜਾ ਨਾ ਅਗਲਾ ਕਹੇਗਾ ਕਿ ਬਈ ਮੈਮ ਆਕ ਲੈ ਲਓ। ਉਹ ਆਪਦਾ ਡਾਟਾ ਜੋ ਵੀ ਪ੍ਰੋਜੈਕਟ ਬਣਾ ਕੇ ਡਿਜੀਟਲ ਵੀਡੀਓ ਡਿਸਕ ਦੇ ਵਿੱਚ ਹੀ ਦੇ ਕੇ ਆਉਂਦੇ ਨੇ। ਕੋਈ ਵੀ ਆਪਾਂ ਡਾਟਾ ਜਿਹੜਾ ਮੇਨ ਮਤਲਬ ਇਵਨ ਇਨ ਦੀ ਪ੍ਰੋਫੈਸ਼ਨਲੀ ਵੀ ਯੂ ਕੈਨ ਸੇ ਕਿ if we want to submit our data then we have to submit in the DVD, or you can say ਅਗਰ ਆਪਾਂ ਬੈਕਅਪ ਲਈ ਕੁਝ ਡਾਟਾ ਰੱਖਣਾ ਹੈ ਤਾਂ ਆਪਾਂ ਇਹਨਾਂ ਵਿੱਚ ਹੀ ਜ਼ਿਆਦਾ ਰੱਖਾਂਗੇ ਆਪਣੇ ਘਰਾਂ ਦੇ ਵਿੱਚ। ਹਾਂਜੀ, ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ, ਸੁਪਰ ਡੈਂਸਿਟੀ ਡਿਸਕ। ਕਿਉਂਕਿ ਜਿਹੜਾ ਇਹਦਾ ਮਟੀਰੀਅਲ ਹੈ ਨਾ ਉਹ ਅੱਛਾ ਕੀਤਾ ਜਾਂਦਾ ਯੂਜ਼, ਇਸ ਕਰਕੇ ਸੁਪਰ ਡੈਂਸਿਟੀ ਡਿਸਕ ਕਹਿੰਦੇ ਆ। ਹੋਰ ਇਹਨੂੰ ਕੀ ਕਹਿੰਦੇ, ਡਿਜੀਟਲ ਵਰਸੇਟਾਈਲ ਡਿਸਕ। ਡਿਜੀਟਲ ਵਰਸੇਟਾਈਲ ਡਿਸਕ ਵਰਸੇਟਾਈਲ ਕਿਉਂ ਕਿਹਾ ਜਾਂਦਾ ਹੈ? ਇਹਦੇ ਵਿੱਚ ਡਾਟਾ ਸਾਡਾ ਰੀਡ ਮਤਲਬ ਕੀ ਹੋ ਜਾਂਦਾ ਹੈ, ਅਗਰ ਅਸੀਂ ਸੇਵ ਵੀ ਕਰਨਾ ਚਾਹੀਏ ਡਿਲੀਟ ਵੀ ਸ਼ਾਇਦ ਹੋ ਜਾਂਦਾ ਹੈ, ਸ਼ਾਇਦ ਨਹੀਂ ਹੋ ਜਾਂਦਾ। ਇਹਦੇ ਵਿੱਚ ਕੰਪੈਕਟ ਡਿਸਕ ਵਿੱਚ ਇੱਕ ਵਾਰੀ ਹੋ ਗਿਆ ਤੇ ਉਵੇਂ ਹੀ ਰਹਿ ਜਾਏਗਾ। ਕਲੀਅਰ ਹੈ ਮੇਰੀ ਗੱਲ। ਹੁਣ ਦੇਖੋ ਡੀਵੀਡੀ ਦੀ ਕੈਪੈਸਿਟੀ ਕਿੰਨੀ ਹੁੰਦੀ ਹੈ। ਡੀਵੀਡੀ ਦੀ ਕੈਪੈਸਿਟੀ ਹੁੰਦੀ ਹੈ 4 ਪੁਆਇੰਟ ਕਿੰਨੀ ਕੈਪੈਸਿਟੀ ਹੁੰਦੀ ਹੈ ਇਹਦੀ 4.7 MB ਤੋਂ ਲੈ ਕੇ GB। इनकी कैपेसिटी कितनी होती है, प्लीज ध्यान देना। 4.7 GB तो लेके 17.08 GB, मतलब काफी हद तक हो जाता डाटा। अगर तुसी वीडियोस या फिर तुसी सॉन्ग्स ਨੂੰ ਸੇਵ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਇਹੀ ਪ੍ਰੈਫਰ ਕਰਦੇ ਹਾਂ, ਕਿਉਂਕਿ ਕਾਫੀ ਲਾਰਜ ਅਮਾਉਂਟ ਆਫ ਡਾਟਾ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ, ਸੇਵ ਕਰ ਸਕਦੇ ਹੋ। ਕਲੀਅਰ ਹੈ। 2 to 3 ਮੂਵੀਜ਼ ਆ ਸਕਦੀ ਹੈ ਇਹਦੇ ਵਿੱਚ ਆਰਾਮ ਦੇ ਨਾਲ। ਨੈਕਸਟ ਆਂਦੀ ਹੈ ਬਲੂ ਰੇ ਡਿਸਕ। ਇਹ ਕਿੰਦੇ ਵਰਗੀ ਹੁੰਦੀ ਹੈ,
ਇਹ ਨਾਰਮਲੀ DVD ਫਾਰਮੈਟ ਟਾਈਪ ਦੀ ਹੁੰਦੀ ਹੈ, ਡਾਟਾ ਸਟੋਰੇਜ ਲਈ ਹੁੰਦੀ ਹੈ, DVD ਫਾਰਮੈਟ ਟਾਈਪ ਦੀ ਹੁੰਦੀ ਹੈ। ਕਿੱਦਾਂ ਦੀ ਹੁੰਦੀ ਹੈ? DVD ਫਾਰਮੈਟ ਟਾਈਪ ਦੀ ਹੁੰਦੀ ਹੈ। ਕਲੀਅਰ ਹੈ? ਬਸ ਇਹਦਾ ਕੀ ਹੈ, ਇਹਦੀ ਕਪੈਸਿਟੀ ਥੋੜੀ ਜ਼ਿਆਦਾ ਹੁੰਦੀ ਹੈ। ਇਹਦੀ ਕਪੈਸਿਟੀ ਕਿੰਨੀ ਹੁੰਦੀ ਹੈ ਬਲੂ-ਰੇ ਡਿਸਕ ਦੀ? 25 GB। ਕਿੰਨੀ ਹੁੰਦੀ ਹੈ? ਕੰਟੇਨ ਕਿੰਨਾ ਕਰ ਸਕਦਾ ਹੈ? 25 GB डाटा कंटेन कर सकता है। क्लियर? It can contain data of 25 GB। 25 GB डाटा कंटेन कर सकता है ये पर लेयर स्पेस। हाँ जी, एक गल सुन लो, इहदे विच ब्लू रे डिस्क विच ना लेयर्स हुंदियां ने, ठीक है? It can contain 25 GB पर लेयर। इहदे विच लेयर्स हुंदियां ने, हर लेयर किन्नी किन्नी यूज करती है, जिदा फर्स्ट लेयर भी किन्नी यूज करती है 25, सेकंड भी किन्ना करती है 25 GB। ठीक है? ते अगो फिर जिन्नियां लेयर्स हुंदियां ने उन्हां नाल डाटा सेव हुंदा, ते तुसीं देखो किन्ना लार्ज अमाउंट ऑफ डाटा इहदे विच सेव कर सकदे आ। क्लियर है? हाँ जी, सब नू क्लियर है? ते मैमरी कार्ड तो तुहानू सब नू पता ही है कि आपां जिहड़े मोबाइल दे विच यूज करदे आ, मैमरी कार्ड नू तुसीं डिलीट भी कर सकदे हो ते तुसीं अपना डाटा न्यू तरीके नाल सेव भी कर सकदे हो। मैमरी कार्ड तो तुहानू सब नू पता ही है कि दे आर स्मॉल, री रिकॉर्डेबल, ईजी पोर्टेबल और की हुंदा है री रिकॉर्डेबल। सब नाल वड्डी दी गल हुंदी है री रिकॉर्डेबल कि ਅਸੀਂ अगर ਇੱਕ ਵਾਰੀ डाटा ਉਹਦੇ ਵਿੱਚ ਰਿਕਾਰਡ ਕਰ ਦਿੱਤਾ ਹੈ ਤੇ ਸੈਕਿੰਡ ਟਾਈਮ ਅਸੀਂ ਉਹਨੂੰ ਡਿਲੀਟ ਕਰਕੇ ਆਪਦਾ ਨਿਊ डाटा ਵੀ ਕਰ ਸਕਦੇ ਆ। ਇਹ ਜ਼ਰੂਰੀ ਨਹੀਂ ਅਸੀਂ ਸਿਰਫ ਇੱਕ ਵਾਰੀ ਕਰ ਸਕਦੇ ਆ, ਅਸੀਂ ਬਾਰ-ਬਾਰ डाटा ਆਪਦਾ ਡਿਲੀਟ ਕਰਕੇ ਜਾਂ ਤੁਸੀਂ ਕਹਿ ਸਕਦੇ ਹੋ ਕਿਤੇ ਹੋਰ ਸੇਵ ਕਰਕੇ ਅਸੀਂ ਆਪਦਾ डाटा ਨਿਊ ਤਰੀਕੇ ਨਾਲ ਸੇਵ ਕਰ ਸਕਦੇ ਆ। ਫਿਰ ਇਹ ਤਾਂ ਤੁਹਾਨੂੰ ਪਤਾ ਪੋਰਟੇਬਲ ਵੀ ਹੁੰਦਾ ਹੈ ਤੇ ਇਹ ਮੋਬਾਈਲ ਫੋਨਸ ਦੇ ਵਿੱਚ ਹੀ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। मोबाइल फोन दे विच, कैमरास दे विच, होर भी जगह ते यूज किया जाता है मेमोरी कार्ड। क्लियर है? दीज ऑल आर द एक्सटर्नल स्टोरेज डिवाइसेस। एक गल याद रखना, ये साडे कोल सारी एक्सटर्नल स्टोरेज डिवाइसेस है। ये जे तुहानू पूछा भी जाएगा इनकी वध तो वध कैपेसिटी पूछी जा सकती है या उनके सेकंड नेम पूछे जा सकते हैं कि उन्होंने होर की कहा जाता है। क्लियर है जी गल? सब नू इन्नी गल क्लियर है? चलो नेक्स्ट ते आने हैं। हाँ जी, दिस इज द बेसिक यूनिट ऑफ द मेमोरी मेजरमेंट कि अपने मेमोरी किस हिसाब नाल हुंदी है अपने को। देखो तुहानू पता सब नालों छोटा मेमोरी यूनिट की है, दैट इज द बिट। एवरीबॉडी नोज कि जेड़ा भी साडा कंप्यूटर दे विच डाटा सेव किया जाता है दैट इज इन द बाइनरी फॉर्म। ते बाइनरी फॉर्म, बाइनरी डिजिट्स केड़े-केड़े हुंदे ने? 0 और 1। ते 0 और 1 दी फॉर्म दे विच ही असि कंप्यूटर दे विच डाटा की करदे आ, सेव करदे आ। ठीक है? ते सब नालों स्मॉलेस्ट यूनिट हुंदा है ए। की हुंदा है? स्मॉलेस्ट यूनिट। क्लियर है? एक बिट किंदे इक्वल हुंदा है? 0 और 1। या तो वो 0 कंटेन करदा है एक बिट या 1 कंटेन करदा है। 4 बिट्स से साडे कोल एक निबल बन जाता है। अगर असि 4 बिट्स का डाटा लिखदे हां ते 1 निबल बन जाता है। 8 बिट्स का डाटा लिखदे हां 1 बाइट ते ओनू 2 निबल दे इक्वल कहने आ। क्लियर? ते 1024 बाइट्स 1 किलोबाइट दे इक्वल है। 1024 किलोबाइट 1 मेगाबाइट दे इक्वल है। 1024 मेगाबाइट 1 गीगाबाइट दे इक्वल है। 1024 गीगाबाइट 1 टेराबाइट दे इक्वल है। 1024 टेराबाइट 1 पेटाबाइट दे इक्वल है। हाँ जी, 1024 पेटाबाइट 1 एक्साबाइट दे इक्वल है। 1024 एक्साबाइट 1 जेटाबाइट दे इक्वल है। 1024 जेटाबाइट 1 योटाबाइट दे इक्वल है। ते 1024 योटाबाइट 1 ब्रोनोबाइट दे इक्वल है। इनू शॉर्ट फॉर्म नहीं दिती गई। ठीक है? ते सॉरी ब्रोनोबाइट नु दिती गई है, देख लो 1024 ब्रोनोबाइट दा 1 जियोबाइट दे इक्वल है। क्लियर है जी गल? मतलब की है डाटा सब नालों किंदा वड्डा होएगा इंदा। क्लियर है जी? इस च डाटा वड्डा होएगा ना, मतलब ज्यादा यूजेबल किस तरीके हुंदा वैसे पेटाबाइटिकल। एटलीस्ट यू हैव टू लर्न टिल पेटाबाइट। ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕੁਐਸਚਨ। ਜਦੋਂ ਮੈਂ ਤੁਹਾਨੂੰ ਹੁਣ ਐਮਸੀਕਿਊਜ਼ ਕਰਵਾਉਂਗੀ ਨਾ ਕੱਲ, ਤੇ ਤੁਹਾਨੂੰ ਇਹਨਾਂ ਵਿੱਚੋਂ ਕੁਐਸਚਨਸ ਉਹ ਪੁੱਛ ਸਕਦੇ ਨੇ ਕਿ ਕੀ ਸਾਡਾ 1 ਗੀਗਾਬਾਈਟ ਕਿੰਨੇ ਇਕੁਅਲ ਹੈ। ਤੁਹਾਨੂੰ ਦਿੱਤੇ ਹੋਣਗੇ ਆਪਸ਼ਨਸ 1000 मेगाबाइट, 1000 किलोबाइट, 1000 टेराबाइट और 1000 गीगाबाइट। ਤੇ ਤੁਸੀਂ ਕੀ ਕਹੋਗੇ? 1024 मेगाबाइट ਦੇ ਇਕੁਅਲ ਹੈ। ਕਲੀਅਰ ਹੈ? ਇਦਾਂ ਕੁਝ ਵੀ ਪੁੱਛਿਆ ਜਾ ਸਕਦਾ ਹੈ। ਕਲੀਅਰ? ਇਹ ਹੋਰ ਵੀ ਪੁੱਛਿਆ ਜਾ ਸਕਦਾ ਹੈ ਕਿ ਸਾਡਾ ਡਾਟਾ किस फॉर्म दे विच सेव हुंदा है।
कि या ਤਾਂ ਸਾਡਾ ਕੋਲ ਆਈਦਰ 0 ਔਰ 1 ਸਮੋਲੈਸਟ ਡਿਜਿਟ ਸਮੋਲੈਸਟ ਯੂਨਿਟ ਦੇ ਵਿੱਚ ਸੇਵ ਹੁੰਦਾ ਹੈ। ਕਲੀਅਰ ਹੈ। ਅੱਜ ਆਪਣਾ ਮੈਮਰੀ ਦਾ ਚੈਪਟਰ ਸਾਰਾ ਕੰਪਲੀਟ ਹੁੰਦਾ ਹੈ। I have explained you primary memory and secondary memory in detail, and ਜਿਹੜੇ important points है important नहीं, even each and every point I have written on the board। ठीक है, मैं ਤੁਹਾਨੂੰ ਸਾਰੇ ਤੇ ਸਾਰੇ points board ਤੇ ਲਿਖੇ ਨੇ। ਤੁਹਾਨੂੰ ਇੱਕ ਪੈਰਾਗ੍ਰਾਫ ਦੀ ਫਾਰਮ ਨਾਲੋਂ ਤੁਹਾਨੂੰ ਈਜ਼ੀਐਸਟ ਵੇ ਬਣਾ ਕੇ ਬਿਲਕੁਲ ਤੁਹਾਡੇ ਲਈ ਸਰਚ ਕਰਕੇ ਸਾਰਾ ਇਹਨਾਂ ਦਾ ਡਾਟਾ ਲਿਖੇ, ਇਹ ਤਾਂ ਤੁਹਾਨੂੰ ਸਭ ਨੂੰ ਈਜ਼ੀਲੀ ਮਿਲ ਜਾਂਦਾ ਹੈ। ਠੀਕ ਹੈ, ਇਹ ਤਾਂ ਤੁਹਾਨੂੰ ਲਰਨ ਹੀ ਕਰਨਾ ਪੈਣਾ। ਕਲੀਅਰ ਹੈ। ਤੇ ਜਿਹੜਾ ਉਹ ਵਾਲਾ ਡਾਟਾ ਸੀ ਜਿਹੜਾ ਮੈਂ ਤੁਹਾਨੂੰ ਸਾਰਾ ਸਮਝਾਇਆ ਹੈ, ਬਿਲਕੁਲ ਤੁਹਾਡੇ ਪੇਪਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਡੇ ਪੇਪਰਸ ਜਿਹੜੇ ਪ੍ਰੀਵੀਅਸ ਪੇਪਰਸ ਆ ਉਹਨਾਂ ਵਿੱਚੋਂ ਪੜ੍ਹ ਕੇ ਮੈਂ ਡਾਟਾ ਮਤਲਬ ਪ੍ਰੋਪਰ ਤਿਆਰ ਰੈਡੀ ਕੀਤਾ ਸੀਗਾ ਮੈਮਰੀ ਦੇ ਲਈ, ਕਿਉਂਕਿ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਤਾਂ ਵੈਸੇ ਸਾਰੀ ਚੀਜ਼ਾਂ ਹੀ ਹੈ, ਕਿਉਂਕਿ ਸਾਨੂੰ ਮਤਲਬ ਕੁਐਸਚਨਸ ਤਾਂ ਹਰ ਚੈਪਟਰ ਚੋਂ ਹੀ ਆਣੇ ਆ ਨਾ। ਇਸ ਕਰਕੇ ਅੱਜ ਸਾਡਾ ਅੱਜ ਮੈਮਰੀ ਦਾ ਚੈਪਟਰ ਖਤਮ ਹੁੰਦਾ ਹੈ। ਕੱਲ ਆਪਾਂ ਇਹਦੇ ਇੱਕ ਵਾਰੀ ਕੁਐਸਚਨ ਸਾਰੇ ਡਿਸਕਸ ਕਰਾਂਗੇ ਕਲਾਸ ਦੇ ਵਿੱਚ, ਉਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਕਰਾਂਗੇ। ਮੈਂ ਹੋਪ ਕਰਦੀ ਹਾਂ ਤੁਹਾਨੂੰ ਮੇਰੀ ਸਮਝ ਆ ਰਹੀ ਹੋਏਗੀ, ਔਰ ਪਲੀਜ਼ ਮੇਰੀਆਂ ਵੀਡੀਓਜ਼ ਨੂੰ ਮੈਕਸਿਮਮ ਟੂ ਮੈਕਸਿਮਮ ਸ਼ੇਅਰ ਕਰੋ, ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹੋਰ ਵੀ ਸਾਡਾ ਚੈਨਲ ਤੁਹਾਨੂੰ ਵੈਬਸਾਈਟ ਹੈ www.earnmoneyjobs.com, ਉੱਥੇ ਤੁਹਾਨੂੰ ਈ-ਬੁੱਕਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਮੌਕ ਟੈਸਟ ਸੀਰੀਜ਼ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਸਪੈਸ਼ਲੀ ਫॉर द ਪੰਜਾਬ ਗਵਰਨਮੈਂਟ ਐਗਜ਼ਾਮਸ ਦੇ। ਹੁਣ ਐਗਜ਼ਾਮਸ ਆ ਵੀ ਰਹੇ ਹੈ ਤਾਂ ਪਲੀਜ਼ ਤੁਸੀਂ ਆਪਦੀ ਤਿਆਰੀ ਵੱਲ ਧਿਆਨ ਦਿਵੋ। ਤੁਹਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੈ ਔਰ ਤੁਹਾਨੂੰ ਹਰ ਚੀਜ਼ ਦੀ ਰੀਜ਼ਨਿੰਗ ਦੀ, ਐਪਟੀਟਿਊਡ ਦੀ ਔਰ ਕੰਪਿਊਟਰ ਦੀ ਬਿਲਕੁਲ ਜ਼ੀਰੋ ਲੈਵਲ ਤੋਂ ਸਟਾਰਟ ਕੀਤਾ। ਮੈਂ ਹਰ ਚੀਜ਼ ਤੁਹਾਨੂੰ ਸਮਝਾ ਰਹੀ ਹਾਂ। ਕੋਈ ਵੀ ਚੈਪਟਰ ਹੈ ਨਾ ਬਿਲਕੁਲ ਬਿਗਨਰਸ ਲਈ ਵੀ ਬਹੁਤ ਹੀ ਬੈਨੀਫਿਟ ਹੈ ਇਹਦੇ ਵਿੱਚ, ਕਿਉਂਕਿ ਮੈਂ ਤੁਹਾਨੂੰ ਹਰ ਚੀਜ਼ ਐਕਸਪਲੇਨ ਕਰ ਰਹੀ ਹਾਂ, ਛੋਟੀ ਤੋਂ ਛੋਟੀ ਚੀਜ਼ ਫਿਰ ਹਾਈ ਲੈਵਲ ਤੇ ਜਾ ਰਹੇ ਹਾਂ। ਥੈਂਕ ਯੂ।